हाँ जी, good morning students. Today we will start chapter first, nature and significance of management. Nature means कि ਜਿਹੜੀ management ਆ ਉਹਦੇ characteristics ਕੀ ਨੇ and significance means ਕਿ ਇਹਦੇ benefits ਕੀ ਨੇ, ਮਤਲਬ management ਦੇ ਆਪਾਂ ਨੂੰ ਕੀ ਫਾਇਦੇ ਨੇ। First of all ਆਪਾਂ ਇਹ ਦੇਖਾਂਗੇ ਕਿ management ਕਹਿੰਦੇ ਕਿਹਨੂੰ ਆ, ਠੀਕ ਆ। So we will start from concept of management. First ਹੈ ਦਾ meaning and definition. ਸਭ ਤੋਂ ਪਹਿਲਾਂ ਜਿਹੜੀ ਮੈਨੇਜਮੈਂਟ ਹੈ, ਠੀਕ ਆ, ਉਹਦੇ ਆਪਾਂ ਦੋ ਕਨਸੈਪਟ ਬਣਦੇ ਨੇ, ਇੱਕ ਹੈ ਟਰਡੀਸ਼ਨਲ, ਇੱਕ ਹੈ ਮਾਡਰਨ। ਟਰਡੀਸ਼ਨਲ ਹੁੰਦਾ ਰਿਵਾਇਤੀ ਕੋਈ ਚੀਜ਼, ਮਤਲਬ ਪੁਰਾਣਾ ਕਨਸੈਪਟ ਜਿਹਨੂੰ ਆਪਾਂ ਕਹਿ ਦਈਏ। ਸੋ ਟਰਡੀਸ਼ਨਲ ਕਨਸੈਪਟ ਦੇ ਅਕੋਰਡਿੰਗ ਟੂ ਦਿਸ ਕਨਸੈਪਟ the technique of getting tasks done by others is management। ਸੋ ਜਿਹੜਾ ਟਰਡੀਸ਼ਨਲ ਕਨਸੈਪਟ ਸੀ ਉਹਦੇ ਅਕੋਰਡਿੰਗ ਕੀ ਸੀਗਾ ਕਿ ਮੈਨੇਜਮੈਂਟ ਇੱਕ ਟੈਕਨੀਕ ਹੈ ਜਿਹਦੇ ਨਾਲ ਆਪਾਂ ਦੂਜਿਆਂ ਤੋਂ ਕੰਮ ਕਰਵਾਉਂਦੇ ਹਾਂ, ਠੀਕ ਆ। ਸੋ ਇਟ ਮੀਨਸ ਦੈਟ ਮੈਨੇਜਮੈਂਟ ਇਜ਼ ਅ ਟੈਕਨੀਕ ਆਫ ਅਚੀਵਿੰਗ ਸਪੈਸੀਫਿਕ ਓਬਜੈਕਟਿਵਸ ਬਾਈ ਡਾਇਰੈਕਟਿੰਗ ਦਾ ਐਕਟੀਵਿਟੀਜ਼ ਆਫ ਦਾ ਸਬੋਰਡੀਨੇਟਸ। ਸੋ ਅਸੀਂ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਇੱਕ ਇਸ ਤਰ੍ਹਾਂ ਦੀ ਟੈਕਨੀਕ ਹੈ ਜਿਹਦੇ ਨਾਲ ਅਸੀਂ ਆਪਦੇ ਆਰਗੇਨਾਈਜੇਸ਼ਨ ਦੇ ਕੋਈ ਸਪੈਸੀਫਿਕ ਓਬਜੈਕਟਿਵਸ ਨੂੰ ਅਚੀਵ ਕਰਦੇ ਹਾਂ, ਕਿਹਨਾਂ ਦੇ ਦੁਆਰਾ ਜਾਂ ਕਿਹਨਾਂ ਨੂੰ ਡਾਇਰੈਕਟ ਕਰਕੇ, ਸਬੋਰਡੀਨੇਟਸ ਨੂੰ ਡਾਇਰੈਕਟ ਕਰਕੇ, ਮਤਲਬ ਸਬੋਰਡੀਨੇਟਸ ਜਿਹੜੇ ਆਪਣੇ ਅੰਡਰ ਕੰਮ ਕਰਨ ਲੋਕ ਹੁੰਦੇ ਆ ਉਹਨੂੰ ਡਾਇਰੈਕਸ਼ਨਸ ਦੇ ਕੇ, ਠੀਕ ਆ। ਸੋ ਟਰਡੀਸ਼ਨਲ ਕਨਸੈਪਟ ਦੀਆਂ ਕੁਛ ਡੈਫੀਨੇਸ਼ਨਸ ਵੀ ਨੇ ਜਿਹੜੀਆਂ ਆਪਾਂ ਕਰਨੀਆਂ ਨੇ। ਸੋ ਇਹਦੀ ਪਹਿਲੀ ਡੈਫੀਨੇਸ਼ਨ ਹੈ ਮੈਰੀ ਪਾਰਕਰ ਫੋਲਟ ਦੀ, ਮੈਨੇਜਮੈਂਟ ਇਜ਼ ਦ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਮੈਨੇਜਮੈਂਟ ਇੱਕ ਇਸ ਤਰ੍ਹਾਂ ਦਾ ਆਰਟ ਹੈ ਜਿਹਦੇ ਥਰੂ ਆਪਾਂ ਲੋਕਾਂ ਤੋਂ ਕੰਮ ਕਰਵਾਉਂਦੇ ਹਾਂ, ਮਤਲਬ ਵਰਕ ਡਨ ਕਰਵਾਉਂਦੇ ਹਾਂ ਥਰੂ ਅਦਰਸ, ਠੀਕ ਆ। ਸੋ ਇਹਦੀ ਇੱਕ ਹੋਰ ਡੈਫੀਨੇਸ਼ਨ ਵੀ ਹੈ ਜਿਹੜੀ ਆਪਾਂ ਦੇਖਦੇ ਹਾਂ, FW ਟੇਲਰ। ਇਹਦੇ ਅਕੋਰਡਿੰਗ ਕੀ ਹੈ, ਮੈਨੇਜਮੈਂਟ ਇਜ਼ ਦਾ ਆਰਟ ਆਫ ਨੋਇੰਗ ਐਗਜ਼ੈਕਟਲੀ ਵਟ ਯੂ ਵਾਂਟ ਯੂ ਆਰ ਮੈਂਟ ਟੂ ਡੂ। ਮੈਨੇਜਮੈਂਟ ਇੱਕ ਇਸ ਤਰ੍ਹਾਂ ਦਾ ਆਰਟ ਹੈ ਜਿਹਦੇ ਨਾਲ ਸਾਨੂੰ ਐਗਜ਼ੈਕਟਲੀ ਪਤਾ ਹੋਵੇ, ਮਤਲਬ ਬਿਲਕੁਲ ਪਤਾ ਹੋਵੇ ਇਹ ਚੀਜ਼ ਦਾ ਕਿ ਅਸੀਂ ਆਪਦੇ ਜਿਹੜੇ ਇਨਸਾਨ ਆ ਜਾਂ ਸਾਡੇ ਵਰਕਰ ਉਹਨਾਂ ਤੋਂ ਕੀ ਕਰਵਾਉਣਾ ਹੈ, ਐਂਡ ਦੈਨ ਸੀਇੰਗ ਦੈਟ, ਅਤੇ ਉਸ ਤੋਂ ਬਾਅਦ ਅਸੀਂ ਇਹ ਦੇਖਣਾ ਦੈਟ ਦੇ ਡੂ ਇਟ ਇਨ ਦਾ ਬੈਸਟ ਐਂਡ ਦਾ ਚੀਪੈਸਟ ਵੇ। ਫਿਰ ਅਸੀਂ ਇਹ ਨੋਟ ਡਾਊਨ ਕਰਨਾ ਕਿ ਜਿਹੜਾ ਉਹ ਕੰਮ ਉਹਨਾਂ ਨੂੰ ਕਿਹਾ ਗਿਆ ਉਹਨੂੰ ਬੈਸਟ ਤਰੀਕੇ ਨਾਲ ਅਤੇ ਬਿਲਕੁਲ ਸਸਤੇ ਤਰੀਕੇ ਨਾਲ ਕਰਨ। ਹੁਣ ਜਿਹੜੀ ਇਹ ਟਰਡੀਸ਼ਨਲ ਕਨਸੈਪਟ ਸੀ ਮੈਨੇਜਮੈਂਟ ਦਾ, ਇਹਦੀਆਂ ਕੁਛ ਲਿਮੀਟੇਸ਼ਨ ਸੀਗੀਆਂ, ਮਤਲਬ ਲਿਮੀਟੇਸ਼ਨ ਮੀਨਸ ਕੁਛ ਕਮੀਆਂ ਸੀਗੀਆਂ ਜਾਂ ਡਿਸਐਡਵਾਂਟੇਜਿਸ ਸੀਗੀਆਂ। ਫਸਟ ਹੈ ਦੀਜ਼ ਡੈਫੀਨੇਸ਼ਨਸ ਆਰ ਵੇਗ। ਵੇਗ ਮੀਨਸ ਅਨਕਲੀਅਰ। ਜਿਹੜੀਆਂ ਇਹ ਪਰਿਭਾਸ਼ਾ ਸੀਗੀਆਂ ਟਰਡੀਸ਼ਨਲ ਕਨਸੈਪਟ ਦੇ ਅਕੋਰਡਿੰਗ ਪਰਿਭਾਸ਼ਾ ਸੀਗੀ ਮੈਨੇਜਮੈਂਟ ਦੀ, ਇਹ ਅਨਕਲੀਅਰ ਸੀ। ਦੀਜ਼ ਡੂ ਨਾਟ ਸਪੈਸੀਫਾਈ ਦਾ ਫੰਕਸ਼ਨਸ ਆਫ ਮੈਨੇਜਮੈਂਟ। ਇਹ ਮੈਨੇਜਮੈਂਟ ਦੇ ਜਿਹੜੇ ਫੰਕਸ਼ਨ ਹੁੰਦੇ ਆ, ਕੰਮ, ਉਹਨਾਂ ਨੂੰ ਸਪੈਸੀਫਾਈ ਨਹੀਂ ਸੀ ਕਰਦੀ, ਮਤਲਬ ਕਿਹੜੇ ਕੰਮ ਕਰਵਾਉਣੇ ਆ। ਦੇਖੋ ਇਹਦੇ 'ਚ ਇਹ ਦੱਸਿਆ ਗਿਆ, ਜਿਹੜੀ ਆਪਾਂ ਉੱਪਰ ਡੈਫੀਨੇਸ਼ਨ ਪੜ੍ਹੀ ਆ, ਮੈਨੇਜਮੈਂਟ ਇਜ਼ ਦਾ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਹੁਣ ਕਿਹੜੇ ਕੰਮ ਕਰਵਾਉਣੇ ਆ ਉਹ ਨਹੀਂ ਦੱਸਿਆ ਗਿਆ ਇਹਦੇ ਵਿੱਚ, ਠੀਕ ਆ। ਸੋ ਇਹ ਸਾਰੀਆਂ ਡੈਫੀਨੇਸ਼ਨਸ ਕਹਿੰਦੇ ਵੇਗ ਸੀ। ਸੈਕਿੰਡ ਪੁਆਇੰਟ, these definitions give importance to getting tasks done by others through manipulative and clever practices। ਜਿਹੜੀਆਂ ਇਸ ਤਰ੍ਹਾਂ ਦੀਆਂ ਡੈਫੀਨੇਸ਼ਨ ਸੀਗੀਆਂ ਉੱਪਰ ਆਪਾਂ ਪੜ੍ਹੀਆਂ ਟਰਡੀਸ਼ਨ ਕਨਸੈਪਟ ਦੀਆਂ, ਇਹ ਜ਼ਿਆਦਾ ਮਹੱਤਵ ਦਿੰਦੀਆਂ ਸੀ ਕੰਮ ਕਰਵਾਉਣ ਨੂੰ ਦੂਜਿਆਂ ਦੇ ਥਰੂ, ਚਾਹੇ ਉਹ ਮੈਨੂਪਲੇਟਿਵ ਪ੍ਰੈਕਟਿਸਿਸ ਹੋਣ। ਮੈਨੂਪਲੇਟਿਵ ਹੁੰਦੀਆਂ ਹੇਰਾ ਫੇਰੀ ਕਰਕੇ ਜਾਂ ਕਿਸੇ ਤੋਂ ਵੈਸੇ ਚਲਾਕੀ ਨਾਲ ਕੰਮ ਕਢਾਉਣਾ, ਕਲੈਵਰ ਪ੍ਰੈਕਟਿਸਿਸ ਕਰਕੇ, ਠੀਕ ਆ। ਸੋ ਤਾਂ ਕਰਕੇ ਇਹਦੀ ਇਹ ਸੈਕਿੰਡ ਲਿਮੀਟੇਸ਼ਨ ਆ। ਥਰਡ ਪੁਆਇੰਟ ਹੈ these definitions neglect the need of the workers and consider them only as a means of achieving objectives। ਜਿਹੜੀਆਂ ਇਹ ਡੈਫੀਨੇਸ਼ਨ ਸੀਗੀਆਂ, ਨਿਗਲੈਕਟ ਹੁੰਦਾ ਕਿਸੇ ਨੂੰ ਇਗਨੋਰ ਕਰਨਾ, ਇਹ ਵਰਕਰਸ ਦੀਆਂ ਜ਼ਰੂਰਤਾਂ ਨੂੰ ਇਗਨੋਰ ਕਰਦੀਆਂ ਸੀ ਇਹ ਡੈਫੀਨੇਸ਼ਨਸ, ਅਤੇ ਸਿਰਫ ਉਹਨਾਂ ਨੂੰ ਇੱਕ ਤਰੀਕਾ ਸਮਝਿਆ ਜਾਂਦਾ ਸੀਗਾ ਵਰਕਰਸ ਨੂੰ ਵੀ ਜਿਹਨਾਂ ਤੋਂ ਬਸ ਆਪਾਂ ਓਬਜੈਕਟਿਵ ਅਚੀਵ ਕਰਵਾਉਣੇ ਆ, ਮਤਲਬ ਵਰਕਰਸ ਦੀਆਂ ਜ਼ਰੂਰਤਾਂ ਵੱਲ ਇਹ ਡੈਫੀਨੇਸ਼ਨ ਕੋਈ ਧਿਆਨ ਨਹੀਂ ਦਿੰਦੀਆਂ। ਫੋਰਥ ਲਿਮੀਟੇਸ਼ਨ ਇਹਦੀ ਸੀ these definitions do not give importance to the creation of such conducive environment under which workers themselves work with efficiency। ਜਿਹੜੀਆਂ ਇਹ ਡੈਫੀਨੇਸ਼ਨ ਸੀਗੀਆਂ, ਇਹ ਇਸ ਤਰ੍ਹਾਂ ਦਾ ਕੋਈ ਵੀ ਕੰਡਿਊਸਿਵ ਹੁੰਦਾ ਜਿਹੜੀ ਚੀਜ਼ ਆਪਣੇ ਲਈ ਫੇਵਰੇਬਲ ਹੋਵੇ, ਮਤਲਬ ਕੁਛ ਆਪਦੇ ਜਿਹੜੇ ਵਰਕਰ ਆ ਉਹਨਾਂ ਦੇ ਲਈ ਫੇਵਰੇਬਲ ਇਨਵਾਇਰਮੈਂਟ ਕ੍ਰੀਏਟ ਨਹੀਂ ਕਰਦੀਆਂ ਸੀਗੀਆਂ ਜਿਹਦੇ ਕਰਕੇ ਉਹ ਐਫੀਸ਼ੀਐਂਸੀ ਨਾਲ ਕੰਮ ਕਰ ਪਾਉਂਦੇ, ਠੀਕ ਆ। ਸੋ ਇਹਦੀਆਂ 4 ਪੁਆਇੰਟ ਸੀਗੀਆਂ ਇਹਦੇ ਲਿਮੀਟੇਸ਼ਨਸ। ਨੈਕਸਟ ਆਪਾਂ ਦੇਖਦੇ ਹਾਂ ਮਾਡਰਨ ਕਨਸੈਪਟ ਆਫ ਮੈਨੇਜਮੈਂਟ। ਸੋ ਟਰਡੀਸ਼ਨਲ ਤੋਂ ਬਾਅਦ ਜਿਹੜਾ ਹੁਣ ਲੇਟੈਸਟ ਜਿਹੜਾ ਮਾਡਰਨ ਕਨਸੈਪਟ ਆ ਮੈਨੇਜਮੈਂਟ ਦਾ, ਉਹਦੇ ਅਕੋਰਡਿੰਗ ਮੈਨੇਜਮੈਂਟ ਕੀ ਆ, ਅਕੋਰਡਿੰਗ ਟੂ ਦਿਸ
There is a group of people in the form of an organization working together to achieve some specific objective. There is management. ਮੋਡਰਨ ਕੰਸੈਪਟ ਦੇ ਅਕੋਰਡਿੰਗ ਜਿੱਥੇ ਇੱਕ ਕੋਈ ਲੋਕਾਂ ਦਾ ਇਕੱਠ ਜਾਂ ਲੋਕਾਂ ਦਾ ਗਰੁੱਪ ਕੰਮ ਕਰ ਰਿਹਾ ਕਿਸੇ ਔਰਗੇਨਾਈਜੇਸ਼ਨ ਦੇ ਵਿੱਚ ਕੋਈ ਸਪੈਸੀਫਿਕ ਅਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਇਕੱਠੇ ਹੋ ਕੇ ਕੰਮ ਕਰ ਰਹੇ ਨੇ ਤਾਂ ਆਪਾਂ ਕਹਿੰਦੇ ਹਾਂ ਦੇਅਰ ਇਜ਼ ਮੈਨੇਜਮੈਂਟ, ਮਤਲਬ ਉੱਥੇ ਮੈਨੇਜਮੈਂਟ ਹੋ ਰਹੀ ਹੈ। ਠੀਕ ਆ, ਸੋ ਇਹਦੇ ਵਿੱਚ ਅੱਗੇ ਦੀਆਂ ਡੈਫੀਨੇਸ਼ਨਸ ਦੇਖੋ। ਪਹਿਲੀ ਡੈਫੀਨੇਸ਼ਨ ਹੈ ਅਕੋਰਡਿੰਗ ਟੂ FW ਟੇਲਰ, ਮੈਨੇਜਮੈਂਟ ਇਜ਼ ਦਾ ਆਰਟ ਆਫ ਕੋਆਰਡੀਨੇਸ਼ਨ। ਹੁਣ ਦੇਖੋ ਇਹਦੇ ਵਿੱਚ ਇਹਨਾਂ ਪਹਿਲੀ ਟ੍ਰਡੀਸ਼ਨਲ 'ਚ ਕੀ ਸੀ, ਮੈਨੇਜਮੈਂਟ ਇਜ਼ ਦਾ ਆਰਟ ਆਫ ਗੈਟਿੰਗ ਥਿੰਗਸ ਡਨ। ਹੁਣ ਕਿਹੜੀਆਂ ਥਿੰਗਸ ਡਨ ਸੀ ਉਹਨਾਂ ਨੇ ਦੱਸਿਆ ਨਹੀਂ ਸੀ, ਬਟ ਇਹਦੇ 'ਚ ਦੱਸਿਆ ਗਾ ਮੈਨੇਜਮੈਂਟ ਇਜ਼ ਦਾ ਆਰਟ ਆਫ ਕੋਆਰਡੀਨੇਸ਼ਨ ਆਫ ਆਲ ਦਾ ਰਿਸੋਰਸਿਸ। ਮੈਨੇਜਮੈਂਟ ਕੀ ਹੈ, ਇੱਕ ਆਰਟ ਹੈ ਜਿਹਦੇ ਨਾਲ ਕੋਆਰਡੀਨੇਸ਼ਨ ਹੁੰਦਾ ਸਾਰੇ ਰਿਸੋਰਸਿਸ ਦਾ। ਠੀਕ ਆ, ਕੋਆਰਡੀਨੇਸ਼ਨ ਕੀ ਹੁੰਦਾ, ਤਾਲਮੇਲ, ਮਤਲਬ ਸਾਰੇ ਰਿਸੋਰਸਿਸ ਦਾ ਤਾਲਮੇਲ ਹੁੰਦਾ ਥਰੂ ਦਾ ਪ੍ਰੋਸੈਸ ਆਫ ਪਲੈਨਿੰਗ, organizing, directing, controlling in order to obtain stated objective। ਕਾਹਦਾ ਕੋਆਰਡੀਨੇਸ਼ਨ ਹੋ ਰਿਹਾ ਇਹਦੇ ਵਿੱਚ, ਪਲੈਨਿੰਗ ਵੀ ਪ੍ਰੋਪਰ ਕੋਆਰਡੀਨੇਸ਼ਨ ਨਾਲ ਹੋ ਰਹੀ ਹੈ। ਠੀਕ ਆ, ਔਰਗੇਨਾਈਜ਼ਿੰਗ ਹੋ ਰਹੀ, ਇਹ ਜਿਹੜੇ ਆਪਾਂ ਪਲੈਨਿੰਗ, ਔਰਗੇਨਾਈਜ਼ਿੰਗ, ਡਾਇਰੈਕਟਿੰਗ ਐਂਡ ਕੰਟਰੋਲਿੰਗ ਸਟੈਪਸ ਨੇ ਇਹਦੇ ਨਾਲ ਰਿਲੇਟਡ ਫਰਦਰ ਚੈਪਟਰਸ ਨੇ, ਆਪਾਂ ਉਹ ਪੜ੍ਹਾਂਗੇ, ਉਹਦੇ ਵਿੱਚ ਇਹ ਡਿਟੇਲ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਊਗਾ। ਠੀਕ ਆ, ਟੂ obtain stated objective, ਜਿਹੜੇ ਅਸੀਂ ਪਹਿਲਾਂ ਤੋਂ objective ਸੈੱਟ ਕੀਤੇ ਆ ਉਹਨਾਂ ਨੂੰ ਅਚੀਵ ਕਰਨ ਦੇ ਲਈ ਆਪਾਂ ਇਹ ਕਰਦੇ ਹਾਂ। ਠੀਕ ਆ, ਨੈਕਸਟ ਇਹਦੇ ਵਿੱਚ ਸੈਕਿੰਡ ਡੈਫੀਨੇਸ਼ਨ ਤੁਸੀਂ ਦੇਖੋ, ਅਕੋਰਡਿੰਗ ਟੂ ਹੈਨਰੀ ਫਿਊਲ, ਟੂ ਮੈਨੇਜ ਇਜ਼ ਟੂ forecast and plan, to organize, to command, to coordinate and to control। ਮੈਨੇਜ ਕਰਨਾ ਮਤਲਬ ਕੀ ਹੈ ਕਿ ਅਸੀਂ ਫੋਰਕਾਸਟ ਕਰਨਾ ਅਤੇ ਫਿਰ ਪਲਾਨ ਬਣਾਉਣੇ, ਮਤਲਬ ਪਹਿਲਾਂ ਆਪਾਂ ਭਵਿੱਖਬਾਣੀ ਕਰ ਲੈਣੀ ਆ ਵੀ ਅਸੀਂ ਆਹ ਚੀਜ਼ਾਂ ਕਰਨੀਆਂ ਨੇ ਫਿਊਚਰ 'ਚ, ਫਿਰ ਉਹਦੇ ਅਕੋਰਡਿੰਗ ਪਲੈਨਿੰਗ ਕਰਨੀ ਆ, ਫਿਰ ਉਸਨੂੰ ਔਰਗੇਨਾਈਜ਼ ਕਰਨਾ। ਔਰਗੇਨਾਈਜ਼ ਹੁੰਦਾ ਸਟੈਪ ਬਾਏ ਸਟੈਪ ਕਿਸੇ ਚੀਜ਼ ਨੂੰ ਸੀਕੁਐਂਸ ਦੇ ਵਿੱਚ ਰੱਖਣਾ, ਮਤਲਬ ਵੀ ਆਉਣ ਵਾਲੇ ਕੰਮ ਆਪਾਂ ਇੱਦਾਂ ਕਰਨੇ ਆ। ਟੂ ਕਮਾਂਡ, ਕਮਾਂਡ ਮਤਲਬ ਉਹਨੂੰ ਡਾਇਰੈਕਸ਼ਨ ਦੇਣੀ। ਐਂਡ ਟੂ ਕੋਆਰਡੀਨੇਟ, ਕੋਆਰਡੀਨੇਟ ਹੁੰਦਾ ਤਾਲਮੇਲ ਨਾਲ ਚੱਲਣਾ। ਐਂਡ ਕੰਟਰੋਲ ਕਰਨਾ, ਕੰਟਰੋਲ ਮੀਨਸ ਜਿਹੜਾ ਵੀ ਕੰਮ ਵਰਕਿੰਗ ਹੋ ਰਹੀ ਆ ਕਿਸੇ ਵੀ ਔਰਗੇਨਾਈਜੇਸ਼ਨ ਦੇ ਵਿੱਚ ਉਹਦੇ ਉੱਪਰ ਨਿਗਰਾਨੀ ਰੱਖਣੀ। ਠੀਕ ਆ, ਨੈਕਸਟ ਦੇਖੋ ਇਹਦਾ ਮੇਨ ਐਲੀਮੈਂਟਸ। ਜਿਹੜਾ ਨੈਕਸਟ ਟੌਪਿਕ ਆਪਾਂ ਪੜ੍ਹਨਾ ਹੈ ਉਹ ਹੈ ਮੇਨ ਐਲੀਮੈਂਟਸ ਆਫ ਮੋਡਰਨ ਕਨਸੈਪਟ ਆਫ ਮੈਨੇਜਮੈਂਟ। ਐਲੀਮੈਂਟਸ ਹੁੰਦੇ ਪਾਰਟਸ ਜਾਂ ਹਿੱਸੇ। ਮੋਡਰਨ ਕੰਸੈਪਟ ਦੇ ਵਿੱਚ 4 ਪਾਰਟਸ ਨੇ। ਪਹਿਲਾ ਹੈ ਮੈਨੇਜਮੈਂਟ ਇਜ਼ ਅ ਪ੍ਰੋਸੈਸ। ਮੈਨੇਜਮੈਂਟ ਇੱਕ ਵਿਧੀ ਹੈ, ਪ੍ਰੋਸੈਸ ਕੀ ਹੁੰਦਾ, ਇੱਕ ਵਿਧੀ ਹੈ। ਅਕੋਰਡਿੰਗ ਟੂ ਮੋਡਰਨ ਕਨਸੈਪਟ ਮੈਨੇਜਮੈਂਟ ਇਜ਼ ਅ ਪ੍ਰੋਸੈਸ ਵਿਚ ਇਨਕਲੂਡਸ। ਸੋ ਇਹ ਇੱਕ ਵਿਧੀ ਕਿਵੇਂ ਕਹਿ ਸਕਦੇ ਹਾਂ ਆਪਾਂ ਮੈਨੇਜਮੈਂਟ ਨੂੰ, ਬਿਕੋਜ਼ ਇਟ ਇਨਕਲੂਡਸ ਫੰਕਸ਼ਨਸ। ਇਹਦੇ ਵਿੱਚ ਕੁਛ ਕੰਮ ਇਨਕਲੂਡਡ ਨੇ ਵਿਚ ਆਰ ਰਿਲੇਟਡ ਟੂ ਪਲੈਨਿੰਗ, ਔਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਐਂਡ ਕੰਟਰੋਲਿੰਗ। ਮੈਨੇਜਮੈਂਟ ਇੱਕ ਪ੍ਰੋਸੈਸ ਹੈ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਫੰਕਸ਼ਨ ਆ ਜਾਂਦੇ ਆ, ਕਾਫੀ ਸਾਰੇ ਕੰਮ ਆਉਂਦੇ ਆ, ਜਿਵੇਂ ਪਲੈਨਿੰਗ ਕਰਨਾ, ਔਰਗੇਨਾਈਜ਼ਿੰਗ ਕਰਨਾ, ਸਟਾਫਿੰਗ ਹੁੰਦਾ ਹਿਊਮਨ ਬੀਇੰਗਸ ਨੂੰ ਜੋਬ 'ਤੇ ਰੱਖਣਾ। ਠੀਕ ਆ, ਉਹਦੇ ਨਾਲ ਰਿਲੇਟਡ ਸਾਰਾ ਟੌਪਿਕ ਆ ਇਹ ਵੀ ਫਰਦਰ ਇੱਕ ਚੈਪਟਰ ਆਪਾਂ ਜਿਹੜਾ ਪੜ੍ਹਾਂਗੇ। ਡਾਇਰੈਕਟਿੰਗ ਐਂਡ ਕੰਟਰੋਲਿੰਗ, all these functions are performed by the managers for the achievement of organizational objectives। ਸੋ ਇਹ ਜਿੰਨੇ ਵੀ ਫੰਕਸ਼ਨਸ ਨੇ ਇਹ ਸਾਰੇ ਮੈਨੇਜਰਸ ਦੁਆਰਾ ਕੀਤੇ ਜਾਂਦੇ ਆ ਤਾਂ ਕਿ ਔਰਗੇਨਾਈਜੇਸ਼ਨ ਦੇ objectives ਨੂੰ ਅਚੀਵ ਕੀਤਾ ਜਾ ਸਕੇ। ਨਾਓ ਇਹਦਾ ਸੈਕਿੰਡ ਪੁਆਇੰਟ ਦੇਖੋ, ਨੀਡ ਫॉर ਇਫੈਕਟਿਵ ਪਰਫੋਰਮੈਂਸ। ਇਫੈਕਟਿਵ ਪਰਫੋਰਮੈਂਸ ਕੀ ਹੁੰਦਾ, ਸਭ ਤੋਂ ਪਹਿਲਾਂ ਇਫੈਕਟਿਵ ਦੇਖੋ। ਮੈਨੇਜਮੈਂਟ ਬੀਇੰਗ ਇਫੈਕਟਿਵ ਮੀਨਸ ਦੈਟ ਦ objective of the organization should be achieved in time। ਕਿਸੇ ਵੀ ਮੈਨੇਜਮੈਂਟ ਨੂੰ ਆਪਾਂ ਇਫੈਕਟਿਵ ਉਦੋਂ ਕਹਿੰਦੇ ਹਾਂ ਵੀ ਇਹ ਮੈਨੇਜਮੈਂਟ ਬਹੁਤ ਇਫੈਕਟਿਵ ਆ ਜਦੋਂ ਉਹ ਆਪਣੇ ਜਿਹੜੇ ਓਬਜੈਕਟਿਵਸ ਨੇ ਉਹਨਾਂ ਨੂੰ ਸਮੇਂ ਦੇ ਪੂਰਾ ਕਰ ਲੈਂਦੀ ਆ। ਫੋਰ ਐਗਜ਼ਾਮਪਲ, ਇਫ ਅ ਫਰਮ ਅਚੀਵਸ ਇਟਸ ਪ੍ਰੋਡਕਸ਼ਨ ਟਾਰਗੇਟ ਇਨ ਸਪੈਸੀਫਾਈਡ ਟਾਈਮ, ਦੈਟ ਫਰਮ ਵਿਲ ਬੀ ਕਾਲਡ ਇਫੈਕਟਿਵ। ਹੁਣ ਜੇ ਕੋਈ ਫਰਮ ਆਪਦੇ ਦਿੱਤੇ ਹੋਏ ਪ੍ਰੋਡਕਸ਼ਨ ਦੇ ਟਾਰਗੇਟ ਨੂੰ ਸਮੇਂ ਦੇ ਵਿੱਚ ਪੂਰਾ ਕਰ ਲੈਂਦੀ ਹੈ, ਉਨੀ ਪ੍ਰੋਡਕਸ਼ਨ ਕਰ ਲੈਂਦੀ ਹੈ, ਮੰਨ ਲਓ ਉਹਨਾਂ ਨੇ 100 ਯੂਨਿਟਸ ਸੋਚੀਆਂ ਸੀਗੀਆਂ ਵੀ ਆਪਾਂ 1 ਮੰਥ ਦੇ ਵਿੱਚ ਬਣਾਉਣੀ ਹੈ, ਤਾਂ ਬਣਾ ਲੈਂਦੇ ਨੇ, ਤਾਂ ਆਪਾਂ ਕਵਾਂਗੇ ਇਫੈਕਟਿਵ ਮੈਨੇਜਮੈਂਟ ਹੋ ਰਹੀ ਹੈ ਉੱਥੇ। ਬਟ ਇਫੈਕਟਿਵ ਪਰਫੋਰਮੈਂਸ ਔਰ ਇਫੈਕਟਿਵਨੈਸ ਡਜ਼ ਨਾਟ ਗਿਵ ਐਨੀ ਇੰਪੋਰਟੈਂਸ ਟੂ ਦਾ ਕਾਸਟ ਆਫ ਅਚੀਵਿੰਗ ਦਾ ਓਬਜੈਕਟਿਵ। ਹੁਣ ਇਫੈਕਟਿਵ ਦਾ ਮਤਲਬ ਇਹ ਨਹੀਂ ਹੈ ਵੀ ਖਰਚਾ ਵੀ ਘੱਟ ਹੋ ਰਿਹਾ। ਸੋ ਇਹਦੇ ਨਾਲ ਰਿਲੇਟਡ ਅਗਲਾ ਪੁਆਇੰਟ ਆ ਨੀਡ ਫॉर ਐਫੀਸ਼ੀਐਂਸੀ। ਐਫੀਸ਼ੀਐਂਸੀ ਇੰਪਲਾਈਜ਼ ਮੀਨਸ that functions should be completed at the minimum possible cost। ਇਫੈਕਟਿਵਨੈਸ ਦਾ ਮਤਲਬ ਤਾਂ ਹੁੰਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਸਮੇਂ 'ਤੇ ਪੂਰਾ ਕਰਨਾ। ਠੀਕ ਆ, ਐਫੀਸ਼ੀਐਂਸੀ ਦਾ ਮਤਲਬ ਹੁੰਦਾ ਕਿਸੇ ਵੀ ਟਾਸਕ ਨੂੰ ਘੱਟ ਤੋਂ ਘੱਟ ਖਰਚੇ 'ਤੇ ਪੂਰਾ ਕਰਨਾ। ਇਨ ਆਰਡਰ ਟੂ ਅਚੀਵ ਐਫੀਸ਼ੀਐਂਸੀ ਮੈਨੇਜਮੈਂਟ ਲੇਜ਼ ਐਮਫਸਿਸ ਔਨ। ਐਮਫਸਿਸ ਹੁੰਦਾ ਕਿਸੇ ਚੀਜ਼ 'ਤੇ ਜ਼ੋਰ ਦੇਣਾ।
Management lays emphasis on efficient use of resources because this reduce the cost and raise the profits. ਸੋ ਜੇ ਕੋਈ ਮੈਨੇਜਮੈਂਟ ਚਾਹੁੰਦੀ ਹੈ ਕਿ ਅਸੀਂ ਆਪਦੇ ਕੰਮ ਦੇ ਵਿੱਚ ਐਫੀਸ਼ੀਐਂਸੀ ਲੈ ਕੇ ਆਈਏ ਤਾਂ ਉਹਨਾਂ ਨੂੰ ਜ਼ਿਆਦਾ ਜ਼ੋਰ ਦੇਣਾ ਪੈਂਦਾ ਵਾ ਐਫੀਸ਼ੀਐਂਟ ਯੂਜ਼ ਆਫ ਰਿਸੋਰਸਿਸ ਦੇ ਉੱਪਰ। ਹੁਣ ਰਿਸੋਰਸਿਸ ਕੀ ਹੋ ਸਕਦੇ ਆ? ਰॉ ਮਟੀਰੀਅਲ, ਮਸ਼ੀਨਸ, ਹਿਊਮਨ ਬੀਇੰਗਸ, ਇਹ ਸਾਰੇ ਰਿਸੋਰਸਿਸ ਨੇ। ਸੋ ਇਹਨਾਂ ਦੇ ਉੱਪਰ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਤਾਂ ਕਿ ਘੱਟ ਤੋਂ ਘੱਟ ਖਰਚਾ ਹੋਵੇ ਐਂਡ ਪ੍ਰੋਫਿਟ रेज हो सके। नाउ लास्ट पॉइंट है अचीवमेंट ऑफ ऑर्गेनाइजेशनल ऑब्जेक्टिव्स। मॉडर्न कंसेप्ट ऑफ मैनेजमेंट गिव्स इंपॉर्टेंस टू अचीवमेंट ऑफ ऑर्गेनाइजेशनल ऑब्जेक्टिव। ਜਿਹੜਾ ਹੋਣ ਵਾਲਾ ਮੋਡਰਨ ਕਨਸੈਪਟ ਹੈ ਮੈਨੇਜਮੈਂਟ ਦਾ, ਇਹ ਜ਼ਿਆਦਾ ਮਹੱਤਵ ਦਿੰਦਾ ਵਾ ਆਰਗੇਨਾਈਜੇਸ਼ਨ ਦੇ ਆਬਜੈਕਟਿਵਸ ਨੂੰ ਅਚੀਵ ਕਰਨ ਲਈ। According to it, every activity of organization should be directed towards achievement of organizational objectives। ਹਰ ਇੱਕ ਕੰਮ ऑर्गेनाइजेशन का हर एक काम, हर एक एक्टिविटी कादे नाल रिलेटेड होनी चाहिए आ? टूवर्ड्स अचीवमेंट ऑफ ऑर्गेनाइजेशनल ऑब्जेक्टिव्स। मतलब जो भी काम होवे ऑर्गेनाइजेशन के ऑब्जेक्टिव नूं अचीव करन दे लई होवे। ऑर्गेनाइजेशनल ऑब्जेक्टिव शुड बी द इंडिविजुअल ऑब्जेक्टिव ऑफ द एम्प्लॉइज। ਜਿਹੜੇ पूरी संस्था ਦੇ, पूरी ऑर्गेनाइजेशन ਦੇ ऑब्जेक्टिव ने, ऑब्जेक्टिव ਹੁੰਦਾ ਮੰਤਵ ਜਾਂ गोल्स ने, ਉਹੀ ਉਹਨਾਂ ਦੇ ਇੰਪਲੋਈਜ਼ ਦੇ ਇੰਡੀਵਿਜੂਅਲ ਗੋਲਸ ਵੀ ਹੋਣੇ ਚਾਹੀਦੇ ਆ। ਜੇ ਇੰਪਲੋਈਜ਼ ਕੁਛ ਹੋਰ ਸੋਚਦੇ ਆ, ਹੋਰ ਸੋਚ ਕੇ ਕੰਮ ਕਰ ਰਹੇ ਆ, ਆਰਗੇਨਾਈਜੇਸ਼ਨ ਦੇ ਆਬਜੈਕਟਿਵ ਕੁਛ ਹੋਰ ਆ, ਤਾਂ ਫਿਰ ਟਾਰਗੇਟ ਅਚੀਵ ਨਹੀਂ ਹੋਣਗੇ। ਸੋ ਪੂਰੀ ਆਰਗੇਨਾਈਜੇਸ਼ਨ ਦੇ ਜਿਹੜੇ ਗੋਲਸ ਨੇ ਉਹੀ ਗੋਲਸ ਕਿਹਨਾਂ ਦੇ ਹੋਣੇ ਚਾਹੀਦੇ ਆ? ਇੰਡੀਵਿਜੂਅਲ ਇੰਪਲੋਈਜ਼ ਦੇ ਹੋਣੇ ਚਾਹੀਦੇ। ਠੀਕ ਆ, ਅੱਜ ਲਈ ਇੰਨੇ ਹੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਅਦਰ ਬੇਸਿਕ ਕਨਸੈਪਟਸ ਨੇ ਮੈਨੇਜਮੈਂਟ ਦੇ ਉਹ ਪੜਾਂਗੇ। ਠੀਕ ਹੈ।